ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਗੁਰਗੱਦੀ ਦਿਵਸ ਹੈ। ਖਾਲਸਾ ਜੀ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਐਸੀ ਮਹਾਨ ਸ਼ਖਸੀਅਤ ਦੇ ਮਾਲਕ ਨੇ। ਦਰ ਦੇਤ ਬਤਾਏ ਸੋ ਮੁਕਤ ਕੋ, ਪ੍ਰਸੀਦਤ ਚਿਤ ਸ਼੍ਰੀ ਸਿਮਰ। ਮਰ ਜਨਮਨ ਕੇ ਸੰਕਟ ਹਰਨ, ਜੈ 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 ਸ਼੍ਰੀ ਗੁਰ ਅਮਰ। ਕਵੀ ਰਾਜ ਕਹਿੰਦੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੇ ਨਾਮ ਦੇ ਵਿੱਚ ਐਸੀ ਮਿਠਾਸ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਦੇ ਨਾਮ ਵਿੱਚ ਐਸੀ ਬਰਕਤ ਹੈ, ਐਸੀ ਤਾਕਤ ਹੈ, ਜਿਹੜਾ ਇੱਕ ਵਾਰ ਦੋਵੇਂ ਹੱਥ ਜੋੜ ਕੇ ਰਸਨਾ ਤੋਂ ਕਹਿ ਦਿੰਦਾ ਨਾ, ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਕਹਿੰਦੇ ਸਤਿਗੁਰੂ ਗੁਰੂ ਅਮਰਦਾਸ ਜੀ ਕਿਸੇ ਗੱਲ ਦੀ ਤੋਟ ਨਹੀਂ ਛੱਡਦੇ, ਸਾਰੀਆਂ ਰਹਿਮਤਾਂ ਬਖਸ਼ਿਸ਼ਾਂ ਉਸ ਸਿੱਖ ਦੀ ਝੋਲੀ ਵਿੱਚ ਪਾ ਦਿੰਦੇ। ਜਿਸ ਤਰ੍ਹਾਂ ਗੁਰ ਮਹਿਮਾ ਮਿਸਰੀ ਮੇਰ ਸਮ ਅਮਿਤ ਅਗਮ ਅਪਾਰ, ਚੀਰੀ ਮੁਖ ਨਿਜ ਭਰ ਲਿਆ ਕਛ ਅੰਤ ਨਾ ਪਾਰਾਵਾਰ। ਕਹਿੰਦੇ ਮਿਸਰੀ ਦਾ ਬੜਾ ਵੱਡਾ ਪਹਾੜ ਹੋਵੇ, ਨਿੱਕੀ ਜਿਹੀ ਕੀੜੀ ਜਾਵੇ, ਮਿਸਰੀ ਦੀ ਚੁੰਝ ਭਰੇ। ਤੇ ਖਾਲਸਾ ਜੀ ਕਹਿੰਦੇ ਨਿੱਕੀ ਜਿਹੀ ਚੁੰਝ ਭਰ ਕੇ ਮਿਸਰੀ ਦੇ ਪਹਾੜ ਦੀ ਮਿਠਾਸ ਦਾ ਅੰਤ ਨਹੀਂ ਪਾ ਸਕਦੀ। ਉਹ ਜਿੰਨੀ ਵਾਰ ਚੁੰਝ ਭਰੇਗੀ ਉਨੀ ਵਾਰ ਮਿਠਾਸ ਆਵੇਗੀ। ਅਸੀਂ ਜਿੰਨੀ ਵਾਰ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ ਕਵਾਂਗੇ, ਜਿੰਨੀ ਵਾਰ ਸਤਿਗੁਰਾਂ ਦਾ ਨਾਮ ਰਸਨਾ ਤੋਂ ਲਵਾਂਗੇ, ਉਨੀ ਵਾਰ ਰਹਿਮਤਾਂ ਬਖਸ਼ਿਸ਼ਾਂ ਸਾਡੇ ਘਰ ਵਿੱਚ ਜ਼ਰੂਰ ਆਉਣਗੀਆਂ। ਇਸੇ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸਤਿਗੁਰੂ ਦੀ ਮਹਿਮਾ, ਸਤਿਗੁਰੂ ਦੀ ਵਡਿਆਈ ਇਸ ਜ਼ਬਾਨ ਤੋਂ ਕੋਈ ਬਿਆਨ ਕਰ ਹੀ ਨਹੀਂ ਸਕਦਾ। ਸਤਿਗੁਰੂ ਦੀ ਵਡਿਆਈ ਸਤਿਗੁਰੂ ਆਪ ਹੀ ਜਾਣਦੇ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਕੋਈ ਆਮ ਬੰਦਾ ਇੱਕ ਰਸਨਾ ਤੋਂ ਸਤਿਗੁਰੂ ਦੀ ਵਡਿਆਈ ਨਹੀਂ ਕਰ ਸਕਦਾ। ਪਰ ਵੇਖੋ ਜੋਤ ਇੱਕ ਹੈ, ਜੋ ਜੋਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵਿੱਚ ਹੈ, ਉਹੀ ਗੁਰੂ ਅੰਗਦ ਸਾਹਿਬ ਵਿੱਚ ਹੈ, ਉਹੀ ਗੁਰੂ ਅਮਰਦਾਸ ਜੀ ਵਿੱਚ ਹੈ। ਪਰ ਵੇਖੋ ਕੈਸੀ ਇੱਕ ਵਿਲੱਖਣ ਬਾਤ ਹੈ ਸਿੱਖੀ ਦੀ, ਵੀ ਜਦੋਂ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਜਿਹੜੇ ਉਜਾਗਰ ਹੁੰਦੇ ਨੇ, ਜਦੋਂ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਕੋਲ ਜਾਂਦੇ ਨੇ, ਘੋੜੇ ਤੇ ਸਵਾਰ ਹੋ ਕੇ ਗੁਰੂ ਨਾਨਕ ਸਾਹਿਬ ਕੋਲ ਗਏ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਰਸਤੇ ਵਿੱਚ ਮਿਲ ਗਏ ਤੇ ਸਤਿਗੁਰਾਂ ਤੋਂ ਹੀ ਸਤਿਗੁਰੂ ਦਾ ਪਤਾ ਪੁੱਛਦੇ ਕਿ ਗੁਰੂ ਨਾਨਕ ਸਾਹਿਬ ਦਾ ਵਾਸਾ ਕਿੱਥੇ ਹੈ। ਕਿਉਂਕਿ ਗੁਰੂ ਦਾ ਪਤਾ ਗੁਰੂ ਹੀ ਦੱਸ ਸਕਦਾ, ਦੂਜਾ ਨਹੀਂ ਦੱਸ ਸਕਦਾ। ਇਸੇ ਕਰਕੇ ਕਿਹਾ ਵੀ ਜੇ ਗੁਰੂ ਦੀ ਜੋਤ ਤੱਕ ਪਹੁੰਚਣਾ ਹੈ, ਫਿਰ ਗੁਰੂ ਦੇ ਸ਼ਬਦ ਨੂੰ ਆ ਕਰਕੇ ਹਿਰਦੇ ਵਿੱਚ ਵਸਾ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਪਤਾ ਪੁੱਛਿਆ, ਗੁਰੂ ਨਾਨਕ ਸਾਹਿਬ ਕਹਿੰਦੇ ਆਪਣੇ ਘੋੜੇ ਦੀਆਂ ਲਗਾਮਾਂ ਪਕੜਾ। ਬੜੀ ਵੱਡੀ ਸਿੱਖਿਆ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਤੱਕ ਉਹੀ ਪਹੁੰਚ ਸਕਦਾ ਹੈ ਜਿਹੜਾ ਆਪਣੇ ਮਨ ਰੂਪੀ ਘੋੜੇ ਦੀਆਂ ਲਗਾਮਾਂ ਸਤਿਗੁਰੂ ਨੂੰ ਪਕੜਾ ਦਿੰਦਾ, ਜਿਹੜਾ ਮਨ ਗੁਰੂ ਦੇ ਚਰਨਾਂ ਵਿੱਚ ਵੇਚ ਦਿੰਦਾ। ਹੁਣ ਵੇਖੋ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਅੰਗ ਦੇ ਨਾਲ ਲਾਇਆ ਤੇ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਉਜਾਗਰ ਕੀਤਾ। ਪਰ ਸਿੱਖਾਂ ਦੀ ਭਾਵਨਾ ਕਿੱਡੀ ਵੱਡੀ ਹੈ ਕਿ ਜਦੋਂ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦਾ ਤਿਲਕ ਲੱਗਾ ਤੇ ਗੁਰੂ ਅੰਗਦ ਸਾਹਿਬ ਚੋਂ ਭਾਈ ਲਹਿਣੇ ਨੂੰ ਨਹੀਂ ਵੇਖਿਆ, ਬਲਕਿ ਗੁਰੂ ਨਾਨਕ ਦੀ ਜੋਤ ਦੇ ਦਰਸ਼ਨ ਕੀਤੇ। ਤੇ ਜੇ ਅੱਜ ਦੇ ਦਿਨ 12 ਸਾਲ ਦੀ ਕਠਨ ਤਪੱਸਿਆ ਸੇਵਾ ਤੋਂ ਬਾਅਦ ਧੰਨ ਬਾਬਾ ਅਮਰਦਾਸ ਜੀ ਜਦੋਂ ਖਾਲਸਾ ਜੀ ਗੁਰੂ ਸਾਹਿਬ ਤਰੁੱਠੇ, ਸਤਿਗੁਰੂ ਦੇ ਘਰ ਦਾ ਛਤਰ ਸੀਸ ਤੇ ਝੁਲਣ ਲੱਗਾ ਨਾ, ਵੇਖੋ ਕਿੰਨੀ ਵੱਡੀ ਨਿਮਰਤਾ ਗੁਰੂ ਅਮਰਦਾਸ ਜੀ ਦੇ ਅੰਦਰ ਹੈ। ਕਹਿੰਦੇ ਅਮਰਦਾਸ ਜੀ ਸੀਸ ਚਰਨਾਂ ਪਰ ਧਰਿਆ, ਜੀ ਮੈਂ ਹਾਂ ਟਹਿਲੀਆਂ ਦਾਸ ਚਰਨਾਂ ਪਰ ਪਰਿਆ। ਕਹਿੰਦੇ ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਨਾ ਤੁਹਾਡੇ ਸਿਰ ਤੇ ਗੁਰੂ ਨਾਨਕ ਦੇ ਘਰ ਦਾ ਛਤਰ ਚੱਲੇਗਾ, ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਬਾਬਾ ਅਮਰਦਾਸ ਨੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਨੂੰ ਗਲਵਕੜੀ ਪਾ ਲਈ। ਕਹਿੰਦੇ ਅਮਰਦਾਸ ਜੀ ਸੀਸ ਚਰਨਾਂ ਪਰ ਧਰਿਆ, ਆਪਣਾ ਸਿਰ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਧਰ ਕੇ ਕਿਹਾ, ਮਹਾਰਾਜ ਜੀ ਮੈਂ ਹਾਂ ਟਹਿਲੀਆ,
ਸਿਰ ਚਰਨਾਂ ਪਰ ਪਰਿਆ, ਮੈਂ ਤੁਹਾਡੇ ਘਰ ਦਾ ਦਾਸ ਹਾਂ, ਸੇਵਕ ਹਾਂ, ਮੇਰਾ ਸਿਰ ਤੁਹਾਡੇ ਕਦਮਾਂ ਤੇ ਹੈ। ਨਹੀਂ ਸੇ ਮੰਨਦੇ ਗੁਰੂ ਅੰਗਦ ਜੀ ਮਨਾਏ, ਮੰਨਦੇ ਨਹੀਂ ਗੁਰੂ ਗੱਦੀ ਦੇ ਉੱਤੇ ਸੁਭਾਇਮਾਨ ਹੋਣ ਲਈ, ਗੁਰੂ ਨਾਨਕ ਦੇ ਤਖਤ ਦੇ ਤੀਸਰੇ ਵਾਰਸ ਬਣਨ ਲਈ। ਭਾਵੇਂ ਜੋ ਤੇ ਕਹਿ, ਪਰ ਸਾਨੂੰ ਸਿਖਾ ਰਹੇ ਨੇ ਵੀ ਸਿੱਖਾਂ ਦਾ ਮਨ ਨੀਵਾਂ ਤੇ ਮਤ ਉੱਚੀ, ਇਹ ਕੀ ਦਾਤ ਹੈ। ਜੇ ਗੁਰੂ ਘਰ ਦੇ ਵਿੱਚ ਸੇਵਾ ਤੋਂ ਬਾਅਦ ਵਡਿਆਈ ਮਿਲੇ ਤੇ ਸਾਡਾ ਮਨ ਕਿੰਨਾ ਕੇ ਨੀਵਾਂ ਹੋਵੇ। ਮੰਨ ਨਹੀਂ ਰਹੇ ਤੇ ਕਹਿੰਦੇ ਨਹੀਂ ਸੀ ਮੰਨਦੇ ਗੁਰੂ ਅੰਗਦ ਜੀ ਮਨਾਏ, ਪੰਡ ਗੁਰਿਆਈ ਦੀ ਗੁਰੂ ਅਮਰਦਾਸ ਜੀ ਸਿਰ ਤੇ ਧਰਾਏ। ਕਹਿੰਦੇ ਜਿਹੜੇ ਗੁਰਿਆਈ ਦੀ ਪੰਡ ਸੀ ਨਾ, ਅੱਜ ਖਾਲਸਾ ਜੀ ਧੰਨ ਗੁਰੂ ਅਮਰਦਾਸ ਜੀ ਦੇ ਸਿਰ ਦੇ ਉੱਤੇ ਧਰ ਦਿੱਤੀ। ਤੇ ਫਿਰ ਬਚਨ ਕੀਤੇ, ਤੁਮ ਹੋ ਨਿਥਾਵਨ ਕੋ ਥਾਨ, ਕਰਹੋ ਨਿਮਾਨਨ ਕੋ ਮਾਨ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਕੇ ਆਸਰਾ, ਨਿਧਰਿਆਂ ਦੀ ਧਰ, ਨਿਧੀਰਨ ਕੀ ਧੀਰ, ਪੀਰਾਂ ਨੇ ਪੀਰ, ਦਿਆਲ ਗਈ ਬਹੋੜ, ਸਭ ਜਗਤ ਬੰਦੀ ਛੋੜ, ਪੜਨ ਭੰਨਣ ਘੜਨ ਸਮਰੱਥ, ਸਭ ਜੀਵ ਕਾ ਜਿਸ ਹੱਥ। ਗੁਰੂ ਨਾਨਕ ਦੇ ਘਰ ਦੇ ਵਿੱਚੋਂ ਦਰਗਾਹੀ ਬਚਨ ਹੋਇਆ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੁਮ ਹੋ ਨਿਥਾਵਨ ਕੋ ਥਾਨ। ਦੁਨੀਆ ਵਿੱਚ ਜਿਹਨੂੰ ਥਾਂ ਨਾ ਮਿਲੇ ਉਹ ਗੁਰੂ ਅਮਰਦਾਸ ਜੀ ਦਾ ਨਾਮ ਰਸਨਾ ਤੋਂ ਲਵੇ। ਅੱਜ ਵੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤਖਤ ਤੇ ਬੈਠ ਕੇ ਬਾਹਾਂ ਖਿਲਾਰ ਕੇ ਸਿੱਖ ਨੂੰ ਕਹਿਣਗੇ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਅੱਜ ਵੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਨੂੰ ਪਿਆਰੇ ਕਹਿ ਕਰਕੇ ਆਵਾਜ਼ ਲਾਉਣਗੇ। ਤੁਮ ਹੋ ਨਿਥਾਵਨ ਕੋ ਥਾਨ, ਕਰਹੋ ਨਿਮਾਨਨ ਕੋ ਮਾਨ। ਜਿਹਨੂੰ ਦੁਨੀਆ ਦੇ ਵਿੱਚ ਮਾਣ ਨਹੀਂ, ਜਿਹੜੇ ਨਿਮਾਣੇ ਨੇ, ਕਹਿੰਦੇ ਗੁਰੂ ਅਮਰਦਾਸ ਦਾ ਨਾਮ ਲਿਆ ਦੁਨੀਆ ਦੇ ਵਿੱਚ ਉਹ ਮਾਣ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਕਦੇ ਕੋਈ ਖੋ ਨਹੀਂ ਸਕਦਾ। ਨਿਓਟਿਆਂ ਕੀ ਓਟ, ਨਿਆਸਰਿਆਂ ਕੇ ਆਸਰਾ, ਨਿਪੱਤਿਆਂ ਦੀ ਪੱਤ, ਨਿਧਰਿਆਂ ਦੀ ਧਰ, ਨਿਧੀਰਨ ਕੀ ਧੀਰ। ਜਿਨ੍ਹਾਂ ਨੂੰ ਦੁਨੀਆ ਤੇ ਧੀਰਜ ਨਹੀਂ ਮਿਲ ਰਿਹਾ, ਉਹ ਗੁਰੂ ਅਮਰਦਾਸ ਜੀ ਦਾ ਨਾਮ ਲੈਣ ਮਨ ਦੀ ਬੇਚੈਨੀ ਦੂਰ ਹੋ ਜਾਂਦੀ ਹੈ। ਪੀਰਾਂ ਨੇ ਪੀਰ, ਦੁਨੀਆ ਤੇ ਪੀਰ ਬੜੇ ਨੇ, ਪਰ ਕੋਈ ਵੀ ਪੀਰ ਗੁਰੂ ਅਮਰਦਾਸ ਦੀ ਬਰਾਬਰੀ ਨਹੀਂ ਕਰ ਸਕਦਾ। ਪੀਰਾਂ ਨੇ ਪੀਰ। ਹੁਣ ਵੇਖੋ ਗੁਰੂ ਹਰਗੋਬਿੰਦ ਸਾਹਿਬ ਨੇ ਬੰਦੀ ਛੋੜ ਸਤਿਗੁਰੂ ਬਾਅਦ ਵਿੱਚ ਕਹਿਲਾਉਣਾ ਹੈ 6ਵੇਂ ਜਾਮੇ ਵਿੱਚ, ਪਰ ਤੀਸਰੇ ਜਾਮੇ ਵਿੱਚ ਪਹਿਲਾਂ ਹੀ ਬਚਨ ਹੋ ਗਏ, ਦਿਆਲ ਗਹੀ ਬਹੋੜ, ਸਭ ਜਗਤ ਬੰਦੀ ਛੋੜ। ਖਾਲਸਾ ਜੀ ਇਹ ਸਤਿਗੁਰੂ ਤੇ ਏਡਾ ਦਿਆਲੂ ਹੈ। ਜੇ 52 ਰਾਜੇ ਇਸ ਸਤਿਗੁਰੂ ਦੇ ਚਰਨਾਂ ਦਾ ਓਟ ਆਸਰਾ ਤੱਕਦੇ ਨੇ, ਇਹ 52 ਰਾਜਿਆਂ ਦੀ ਬੰਦ ਖਲਾਸੀ ਕਰਾਉਂਦਾ ਹੈ। ਸਤਿਗੁਰੂ ਕਹਿੰਦੇ ਸਿੱਖਾ, ਇਹ ਗੁਰੂ ਕੇਵਲ 52 ਰਾਜਿਆਂ ਦੀ ਨਹੀਂ, ਸਾਰੀ ਦੁਨੀਆ ਵੀ ਇਹ ਸਤਿਗੁਰੂ ਦੇ ਚਰਨਾਂ ਦਾ ਓਟ ਆਸਰਾ ਤੱਕੇ। ਸਭ ਜਗਤ ਬੰਦੀ ਛੋੜ, ਇਹ ਸਾਰੀ ਦੁਨੀਆ ਦੀ ਬੰਦ ਖਲਾਸੀ ਕਰਾ ਸਕਦਾ। ਇਹ ਤਾਕਤ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਮ 'ਚ। ਤੇ ਖਾਲਸਾ ਜੀ ਭੰਨਣ ਘੜਨ ਸਮਰੱਥ, ਸਾਡੇ ਦੁੱਖਾਂ ਨੂੰ ਜੇ ਕੋਈ ਭੰਨ ਸਕਦਾ ਹੈ ਤੇ ਸੱਚ ਹੈ ਗੁਰੂ ਦਾ ਬਚਨ ਭੰਨ ਸਕਦਾ ਹੈ, ਕੋਈ ਦੂਸਰਾ ਨਹੀਂ। ਕੋਈ ਗੁਰੂ ਸ਼ਬਦ ਨੂੰ ਕਮਾਵੇ ਤੇ ਉਹਦੇ ਦੁੱਖਾਂ ਨੂੰ ਸਤਿਗੁਰੂ ਭੰਨ ਕੇ ਖਤਮ ਕਰ ਦਿੰਦੇ ਨੇ। ਤੇ ਸਭ ਜੀਵ ਕਾ ਜਿਸ ਹੱਥ, ਇਹ ਗੁਰੂ ਅੰਗਦ ਸਾਹਿਬ ਨੇ ਬਚਨ ਕੀਤੇ, ਸਭ ਜੀਵ ਕਾ ਜਿਸ ਹੱਥ। ਸੰਸਾਰ ਦੀਆਂ ਸਾਰੀਆਂ ਬਰਕਤਾਂ, ਸਾਰੀਆਂ ਪੂੰਜੀਆਂ, ਉਹ ਸਾਰਾ ਕੁਝ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਹੱਥ ਦੇ ਵਿੱਚ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਜਿਹੜਾ ਵੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਦਾ ਹੈ, ਸਤਿਗੁਰੂ ਤੇ ਉਡੀਕ ਕਰ ਰਿਹਾ ਹੈ। ਖਾਲਸਾ ਜੀ ਸਤਿਗੁਰੂ ਤੇ ਉਡੀਕਾਂ ਕਰਦੇ ਨੇ। ਮੈਂ ਬੇਨਤੀ ਕਰਾਂ, ਜਦੋਂ ਘਰ ਤੋਂ ਗੁਰੂ ਘਰ ਲਈ ਚੱਲਦੇ ਆ ਨਾ, ਘਰ ਤੋਂ ਨਿਕਲਣ ਤੋਂ ਪਹਿਲਾਂ ਇੱਕ ਵਾਰ ਜਪਜੀ ਸਾਹਿਬ ਦਾ ਪਾਠ ਕਰਕੇ, ਗੁਰੂ ਨੂੰ ਚੇਤੇ ਕਰਕੇ, ਭਾਵਨਾ ਬਣਾ ਕਰਕੇ ਗੁਰੂ ਘਰ ਲਈ ਚੱਲਿਓ ਤੇ ਖੁਦ ਅਨੁਭਵ ਕਰੋਗੇ। ਜਿਹੜੀ ਮੰਗ ਲੈ ਕੇ ਗੁਰੂ ਘਰ ਵਾਸਤੇ ਚੱਲੋਗੇ ਨਾ, ਜਿੱਦਣ ਭਾਵਨਾ ਨਾਲ ਘਰ ਤੋਂ ਹੀ ਭਾਵਨਾ ਬਣਾ ਲਈ, ਤੁਹਾਡੇ ਗੁਰੂ ਘਰ ਪਹੁੰਚਣ ਤੋਂ ਪਹਿਲਾਂ ਹੀ ਸਤਿਗੁਰੂ ਤੁਹਾਡੀ ਝੋਲੀ ਵਿੱਚ ਦਾਤ ਪਾ ਦੇਣਗੇ, ਤੁਹਾਡੇ ਉੱਤੇ ਰਹਿਮਤਾਂ ਬਖਸ਼ਿਸ਼ਾਂ ਵਰਤਾ ਦੇਣਗੇ।
ਪਰ ਉਦਣ ਜਿੱਦਣ ਸਾਡੇ ਅੰਦਰ ਵੀ ਭਾਵਨਾ ਉਹ ਹੋ ਗਈ ਜਿਹੜੀ ਭਾਵਨਾ ਬਾਬਾ ਅਮਰਦਾਸ ਜੀ ਵਿੱਚ ਸੀ, ਤੇ 12 ਸਾਲ ਲਗਾਤਾਰ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਰਹਿ ਕਰਕੇ ਸੇਵਾ ਕੀਤੀ। ਤੇ ਖਾਲਸਾ ਜੀ ਇਹੀ ਬਚਨ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਿੱਖਾਂ ਨੂੰ ਦਿੱਤਾ। ਜਦੋਂ ਭਾਈ ਖਾਨੂ ਤੇ ਭਾਈ ਤਾਰੂ ਜੀ ਦੋ ਸਿੱਖ ਹੋਏ, ਕਹਿੰਦੇ ਭਾਈ ਖਾਨੂ ਤੇ ਭਾਈ ਤਾਰੂ ਜੀ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛਦੇ ਨੇ, ਪਾਤਸ਼ਾਹ ਗੁਰੂ ਨਾਨਕ ਦੀ ਰਹਿਮਤ, ਗੁਰੂ ਨਾਨਕ ਦੀ ਨਦਰ ਕਿਵੇਂ ਵਰਤੇਗੀ? ਕਿਉਂਕਿ ਗੁਰੂ ਘਰ ਦੇ ਵਿੱਚ ਜਿਹਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਦ੍ਰਿਸ਼ਟੀ ਮਿਲ ਜਾਂਦੀ ਹੈ, ਨਦਰ ਮਿਲ ਜਾਂਦੀ ਹੈ। ਖਾਲਸਾ ਜੀ ਇਸ ਘਰ ਦੇ ਵਿੱਚ ਨਦਰ ਤੋਂ ਵੱਡੀ ਕੋਈ ਦਾਤ ਨਹੀਂ। ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਜਿਹਨੂੰ ਨਦਰ ਮਿਲ ਜਾਂਦੀ ਹੈ ਗੁਰੂ ਨਾਨਕ ਦੀ, ਉਹ ਨਿਹਾਲ ਹੋ ਜਾਂਦਾ ਹੈ। ਇਹ ਗੁਰੂ ਨਾਨਕ ਸਾਹਿਬ ਦੀ ਨਦਰ ਰੀਠਿਆਂ ਨੂੰ ਮਿਲ ਗਈ, ਉਹ ਮਿੱਠੇ ਹੋ ਗਏ। ਗੁਰੂ ਨਾਨਕ ਸਾਹਿਬ ਦੀ ਨਦਰ ਕੋਡੇ ਰਾਕਸ਼ ਨੂੰ ਮਿਲ ਗਈ, ਉਹ ਦੇਵਤਾ ਹੋ ਗਿਆ। ਗੁਰੂ ਨਾਨਕ ਸਾਹਿਬ ਦੀ ਨਦਰ 7 ਸਾਲ ਦੇ ਬੱਚੇ ਨੂੰ ਮਿਲ ਗਈ, ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਹੋ ਗਏ। ਗੁਰੂ ਨਾਨਕ ਸਾਹਿਬ ਦੀ ਨਦਰ ਭਾਈ ਲਹਿਣੇ ਨੂੰ ਮਿਲ ਗਈ, ਖਾਲਸਾ ਜੀ ਉਹ ਗੁਰੂ ਅੰਗਦ ਸਾਹਿਬ ਹੋ ਗਏ। ਸੱਚ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਦੀ ਨਦਰ ਮਿਲ ਜਾਂਦੀ ਹੈ, ਇਸ ਨਦਰ ਦੇ ਵਿੱਚ ਤਾਕਤ ਹੈ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਹ ਬੰਦਿਆਂ ਤੋਂ ਰੱਬ ਬਣਾ ਦਿੰਦੀ ਹੈ, ਦੇਵਤਾ ਬਣਾ ਦਿੰਦੀ। ਭਾਈ ਖਾਨੂ ਤੇ ਭਾਈ ਤਾਰੂ ਜੀ ਪੁੱਛਦੇ ਨੇ, ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਨਦਰ ਕਿਵੇਂ ਮਿਲੇ, ਅੰਮ੍ਰਿਤ ਦ੍ਰਿਸ਼ਟੀ ਕਿਵੇਂ ਮਿਲੇ, ਸਾਡੇ ਤੇ ਗੁਰੂ ਨਾਨਕ ਸਾਹਿਬ ਦੀ ਨਿਗਾਹ ਪੈ ਜਾਵੇ ਕਿਵੇਂ ਹੋਵੇਗਾ? ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ 2 ਬਚਨ ਕਹੇ। ਕਹਿੰਦੇ ਗੁਰਸਿੱਖੋ, 2 ਬਚਨਾਂ ਨੂੰ ਕਦੇ ਵੀ ਆਪਣੇ ਜੀਵਨ ਦੇ ਵਿੱਚ ਖੰਜਾਣਾ ਨਾ, ਦੂਰ ਨਾ ਕਰਨਾ। ਸਭ ਤੋਂ ਪਹਿਲਾ ਬਚਨ ਤੇ ਇਹ ਕਹਿੰਦੇ, ਜੇ ਗੁਰੂ ਨਾਨਕ ਦੀ ਨਿਗਾਹ ਚਾਹੀਦੀ ਹੈ, ਗੁਰੂ ਨਾਨਕ ਦੀ ਰਹਿਮਤ ਚਾਹੀਦੀ ਹੈ, ਅੰਮ੍ਰਿਤ ਵੇਲੇ ਚੌਂਕੜਾ ਲਾ ਕਰਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਗੱਜ-ਗੱਜ ਕੇ ਪਾਠ ਕਰੋ, ਗੱਜ ਕੇ ਅਭਿਆਸ ਕਰੋ। ਕਿਉਂਕਿ ਜਿਨ੍ਹਾਂ ਘਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਪਜੀ ਸਾਹਿਬ ਦਾ ਅਭਿਆਸ ਹੈ, ਸਤਿਗੁਰਾਂ ਦੀ ਬਾਣੀ ਦਾ ਅਭਿਆਸ ਹੈ, ਇਹ ਸੱਚ ਹੈ ਵੀ ਜਿੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਉਸ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਖੁਦ ਚੌਂਕੜਾ ਲਾ ਕਰਕੇ ਬੈਠੇ ਹੋਏ। ਤੇ ਦੂਸਰਾ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਖਾਨੂ ਤੇ ਭਾਈ ਤਾਰੂ ਜੀ ਨੂੰ ਬਚਨ ਕੀਤਾ। ਕਹਿੰਦੇ, ਚੂਕੈ ਸਮੈ ਅਥਿਤ ਜੋ ਆਵੈ ਕਰ ਭਾਉ ਭਗਤ ਤਿਸ ਭੋਗ ਭੁਗਾਵੈ। ਕਹਿੰਦੇ ਗੁਰਸਿੱਖਾਂ ਦੀ ਸੇਵਾ ਕਰਨੀ ਹੈ। ਇੱਕ ਤਾਂ ਸੇਵਾ ਹੁੰਦੀ ਹੈ ਸਮੇਂ ਮੁਤਾਬਕ, ਕਿ ਆਪਾਂ ਜਦੋਂ ਸਮਾਂ ਮਿਲਿਆ, ਵੇਲ ਮਿਲੀ, ਕੋਈ ਸਿੱਖ ਮਿਲਿਆ, ਕੋਈ ਰੱਬ ਦਾ ਪਿਆਰਾ ਮਿਲਿਆ, ਉਹਦੀ ਸੇਵਾ ਕਰ ਲਈ। ਪਰ ਸਤਿਗੁਰੂ ਗੁਰੂ ਅਮਰਦਾਸ ਜੀ ਆਂਦੇ ਵੀ ਸਿੱਖਾਂ ਦੀ ਸੇਵਾ ਲਈ ਐਸਾ ਪਿਆਰ ਹੋਵੇ, ਪ੍ਰੇਮ ਹੋਵੇ ਵੀ ਜੇ ਚੂਕੈ ਸਮੇਂ, ਭਾਵ ਅੱਧੀ ਰਾਤ ਨੂੰ ਵੀ ਆ ਕਰਕੇ ਤੇਰਾ ਬੂਹਾ ਖੜਕਾਵੇ, ਮੱਥੇ ਤੇ ਸ਼ਿਕਣ ਨਾ ਲਿਆਵੀਂ, ਸ਼ਿਕਵਾ ਨਾ ਕਰੀ, ਬਲਕਿ ਗੁਰੂ ਨਾਨਕ ਦਾ ਰੂਪ ਜਾਣ ਕਰਕੇ ਉਹਨੂੰ ਪ੍ਰਸ਼ਾਦਾ ਛਕਾਵੀਂ, ਉਹਦੀ ਲੋੜ ਪੂਰੀ ਕਰੀ। ਜਿਹੜਾ ਇਹ ਬਚਨ ਕਮਾਉਂਦਾ ਹੈ, ਅੱਧੀ ਰਾਤ ਨੂੰ ਵੀ ਗੁਰਸਿੱਖਾਂ ਦੀ ਸੇਵਾ ਵਾਸਤੇ ਤਿਆਰ ਰਹਿੰਦਾ ਹੈ, ਗੁਰੂ ਅਮਰਦਾਸ ਜੀ ਕਹਿੰਦੇ ਉਹਦੇ ਘਰ ਤੇ ਗੁਰੂ ਨਾਨਕ ਦੀ ਨਿਗਾਹ ਜ਼ਰੂਰ ਵਰਤਦੀ। ਕਿਉਂਕਿ ਸੇਵਾ ਤੇ ਸਿਮਰਨ ਇਹ 2 ਖੰਭ ਨੇ ਅਧਿਆਤਮਕ ਮਾਰਗ ਤੇ ਚੱਲਣ ਲਈ। ਤੇ ਸਤਿਗੁਰੂ ਕਹਿੰਦੇ, ਜਿਹਦੇ ਕੋਲ ਸੇਵਾ ਹੈ ਸਾ ਸੇਵਾ ਕੀਤੀ ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਕਹਿੰਦੇ ਜਦੋਂ ਸੇਵਾ ਦੇ ਨਾਲ ਸਤਿਗੁਰੂ ਦਾ ਮਨ ਮੰਨ ਜਾਂਦਾ ਹੈ, ਖਾਲਸਾ ਜੀ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਤੇ ਸਤਿਗੁਰੂ ਦੀ ਰਹਿਮਤ ਦੇ ਨਾਲ ਜੀਵਨ ਦੇ ਸਾਰੇ ਪਾਪ, ਸਾਰੇ ਮਾੜੇ ਕਰਮ ਉਹ ਧੁੱਪ ਜਾਂਦੇ ਨੇ, ਸੜ ਕੇ ਸਵਾਹ ਹੋ ਜਾਂਦੇ ਨੇ, ਜੇ ਗੁਰੂ ਕਾ ਸਿੱਖ ਸੇਵਾ ਤੇ ਸਿਮਰਨ ਨੂੰ ਗਲਵਕੜੀ ਪਾ ਕੇ ਰੱਖਦਾ। ਇਸੇ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 12 ਸਾਲ ਲਗਾਤਾਰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਦਰ ਤੇ ਰਹਿ ਕੇ ਸੇਵਾ ਕੀਤੀ। ਤੇ ਇੱਕ ਹੋਰ ਬਚਨ ਕਿ ਵੇਖੋ, ਆਪਾਂ ਸਾਰੇ ਜਾਣਦੇ ਹਾਂ ਕਿ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਨਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਇਹ ਰਿਸ਼ਤੇਦਾਰੀ ਵੀ ਸੀ, ਸੰਸਾਰਕ ਤੌਰ ਦੇ ਉੱਤੇ ਕੁੜਮਾਚਾਰੀ ਵੀ ਸੀ।
ਪਰ ਵੇਖੋ ਵੀ ਜਦੋਂ ਧੰਨ ਬਾਬਾ ਅਮਰਦਾਸ ਜੀ ਉਹਨਾਂ ਨੂੰ ਵਿਰਾਗ ਲੱਗਦਾ ਹੈ, ਕਿਉਂਕਿ ਤੀਰਥਾਂ ਤੇ ਜਾਂਦੇ ਨੇ, ਧਾਰਮਿਕ ਅਸਥਾਨਾਂ ਦੀ ਯਾਤਰਾ ਕਰਦੇ ਨੇ ਤੇ ਲੋਕਾਂ ਨੂੰ ਵੀ ਕਰਾਉਂਦੇ ਨੇ। ਪਰ ਕਹਿੰਦੇ ਇੱਕ ਦਿਨ ਘਰ ਦੇ ਵਿੱਚ ਇੱਕ ਉਦਾਸੀ ਸਾਧੂ ਆਇਆ। ਉਦਾਸੀ ਸਾਧੂ ਨੇ ਬਾਬਾ ਅਮਰਦਾਸ ਜੀ ਤੋਂ ਜਲ ਮੰਗਿਆ। ਜਲ ਲੈ ਕਰਕੇ ਆਏ। ਉਸ ਉਦਾਸੀ ਸਾਧੂ ਨੇ ਕਿਹਾ, ਤੁਹਾਡਾ ਸੁਭਾਅ ਧਰਮੀਆਂ ਵਾਲਾ ਹੈ, ਤੁਹਾਡਾ ਗੁਰੂ ਕੌਣ ਹੈ? ਤੇ ਬਾਬਾ ਅਮਰਦਾਸ ਜੀ ਨੇ ਕਿਹਾ, ਮੈਂ ਹਲੇ ਗੁਰੂ ਨਹੀਂ ਧਾਰਿਆ। ਉਸ ਉਦਾਸੀ ਸਾਧੂ ਨੇ ਪਾਣੀ ਜਲ ਨਹੀਂ ਛਕਿਆ। ਕਹਿੰਦੇ ਇੰਨੀ ਉਮਰ ਅਜਾਈਂ ਗਵਾ ਦਿੱਤੀ, ਹਜੇ ਤੱਕ ਗੁਰੂ ਨਹੀਂ ਧਾਰਨ ਕੀਤਾ, ਤੇਰੀ ਉਮਰ ਵਿਅਰਥ ਚਲੀ ਗਈ। ਜੇ ਗੁਰੂ ਨਹੀਂ ਲੱਭਿਆ, ਗੁਰੂ ਨੂੰ ਨਹੀਂ ਧਾਰਨ ਕੀਤਾ। ਤੇ ਬਾਬਾ ਅਮਰਦਾਸ ਜੀ ਨੂੰ ਉਹ ਬੋਲ ਅਣਿਆਲੇ ਤੀਰ ਦੀ ਤਰ੍ਹਾਂ ਵੱਜੇ। ਕਹਿੰਦੇ ਰਾਤ ਹੋ ਗਈ। ਬਾਬਾ ਅਮਰਦਾਸ ਜੀ ਉਹ ਆਰਾਮ ਨਹੀਂ ਕਰਦੇ, ਵਿਰਾਗ ਵਿੱਚ ਨੇ ਕਿ ਇੰਨੀ ਉਮਰ ਅਜਾਈਂ ਗਵਾ ਦਿੱਤੀ, ਹਲੇ ਤੱਕ ਗੁਰੂ ਨਾਲ ਮਿਲਾਪ ਨਹੀਂ। ਤੇ ਖਾਲਸਾ ਜੀ ਉਦੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਭਤੀਜੇ ਦੇ ਘਰ, ਜੋ ਕਿ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਬੇਟੀ ਬੀਬੀ ਅਮਰੋ ਜੀ ਦਾ ਵਿਆਹ ਹੋਇਆ। ਕਹਿੰਦੇ ਅੰਮ੍ਰਿਤ ਵੇਲੇ ਦਾ ਸਮਾਂ ਹੋ ਚੁੱਕਿਆ। ਮਹਾਰਾਜ ਆਪਣੇ ਬਰਾਂਡੇ ਦੇ ਵਿੱਚ ਕੰਧ ਦਾ ਓਹਲਾ ਲੈ ਕਰਕੇ ਸਤਿਗੁਰੂ ਇਹੀ ਸੋਚ ਰਹੇ ਵੀ ਇੰਨੀ ਉਮਰ ਅਜਾਈਂ ਗਵਾ ਦਿੱਤੀ, ਪਰ ਗੁਰੂ ਦਾ ਮਿਲਾਪ ਨਹੀਂ ਹੋਇਆ। ਤੇ ਕਹਿੰਦੇ ਉਸ ਵਕਤ ਬੀਬੀ ਅਮਰੋ ਜੀ ਸ਼ਬਦ ਪੜਨ ਲੱਗ ਪਏ, ਨਾਲੇ ਮਧਾਣੀ ਰਿੜਕਦੇ ਤੇ ਨਾਲੇ ਸ਼ਬਦ ਪੜਨ ਲੱਗ ਪਏ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਭਏ, ਜਿਉਂ ਜੋ ਕਿਰਤ ਚਲਾਏ ਤਿਉਂ ਚਲੀਐ, ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼ਬਦ ਪੜਿਆ, ਕਿਉਂਕਿ ਪੁਰਾਣੇ ਸਮੇਂ ਦੇ ਨਿਯਮ ਸਨ। ਮਾਤਾਵਾਂ, ਬੀਬੀਆਂ, ਭੈਣਾਂ ਘਰ ਦੇ ਵਿੱਚ ਪ੍ਰਸ਼ਾਦਾ ਬਣਾਉਣ ਵੇਲੇ ਜਾਂ ਘਰ ਦੇ ਕੰਮ ਕਰਨ ਵੇਲੇ ਆਪਣੀ ਰਸਨਾ ਤੋਂ ਕੋਈ ਨਾ ਕੋਈ ਸ਼ਬਦ ਪੜ੍ਹਦੇ ਹੀ ਰਹਿੰਦੇ ਸਨ, ਕਿਉਂਕਿ ਪੜ੍ਹੇ ਹੋਏ ਸ਼ਬਦ ਦਾ ਅਸਰ ਉਹ ਖਾਣੇ ਤੇ ਜਾਂਦਾ ਹੈ, ਪ੍ਰਸ਼ਾਦੇ ਤੇ ਜਾਂਦਾ ਹੈ। ਤੇ ਜੇ ਘਰ ਦੇ ਵਿੱਚ ਮਾਤਾਵਾਂ, ਭੈਣਾਂ ਸ਼ਬਦ ਪੜ੍ਹਦੇ ਪੜ੍ਹਦੇ ਘਰ ਦੇ ਕੰਮ ਕਰਦੀਆਂ, ਸੱਚੀ ਗੱਲ ਹੈ, ਪੜ੍ਹੀ ਹੋਈ ਬਾਣੀ ਦਾ ਅਸਰ ਸਾਰੇ ਘਰ ਤੇ ਵੀ ਰਹਿੰਦਾ। ਪਰ ਅੱਜ ਕੱਲ ਆਪਾਂ ਵੇਖਦੇ ਵੀ ਪ੍ਰਸ਼ਾਦਾ ਬਣਾਉਣ ਵੇਲੇ ਦੁਨੀਆ ਦੇ ਰੰਗ ਤਮਾਸ਼ੀ ਵੇਖੀ ਜਾਂਦੀ, ਤੇ ਫਿਰ ਕਹਿੰਦੇ ਘਰ ਦੇ ਵਿੱਚ ਸੁੱਖ ਨਹੀਂ, ਘਰ ਦੇ ਵਿੱਚ ਟਿਕਾ ਨਹੀਂ। ਕਿਉਂਕਿ ਬਾਣੀ ਦਾ ਅਭਿਆਸ ਘੱਟ ਗਿਆ। ਜਦੋਂ ਇਹ ਸ਼ਬਦ ਪੜ੍ਹ ਰਹੇ ਸੀ ਨਾ ਬੀਬੀ ਜੀ, ਕਹਿੰਦੇ ਬਾਬਾ ਅਮਰਦਾਸ ਜੀ ਦੇ ਕੰਨਾਂ ਵਿੱਚ ਸ਼ਬਦ ਪਿਆ ਤੇ ਕਹਿੰਦੇ ਮਨ ਦੀ ਬੇਚੈਨੀ ਦੂਰ ਹੋ ਗਈ, ਬੜਾ ਆਨੰਦ ਆਇਆ, ਕਿਉਂਕਿ ਉਹ ਵੀ ਬਾਣੀ ਗਾ ਗਾ ਕੇ ਪੜ੍ਹ ਰਹੇ ਸੀ। ਖਾਲਸਾ ਜੀ, ਬਾਬਾ ਜੀ ਦੀ ਬਾਣੀ ਇੰਨੀ ਕਿ ਮਿੱਠੀ ਹੈ ਵੀ ਜੇ ਕੋਈ ਪਿਆਰ ਨਾਲ ਗਾਉਂਦਾ ਹੈ ਤੇ ਫਿਰ ਉਸ ਗਾਈ ਹੋਈ ਬਾਣੀ ਨੂੰ ਸੁਣਦਾ ਹੈ। ਸੱਚ ਹੈ, ਬਾਬਾ ਜੀ ਦੀ ਬਾਣੀ ਸਾਡੇ ਮਨ ਤੇ ਅਸਰ ਕਰਦੀ ਜ਼ਰੂਰ ਹੈ, ਬਸ ਸਾਡੇ ਸੁਣਨ ਵਿੱਚ ਦੇਰੀ ਹੈ। ਸਤਿਗੁਰੂ ਕਹਿੰਦੇ ਜਦੋਂ ਸੁਣ ਲਈ ਫਿਰ ਸੁਣਿਆ ਦੁਖ ਪਾਪ ਕਾ ਨਾਸ। ਖਾਲਸਾ ਜੀ, ਸ਼ਬਦ ਸੁਣਿਆ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਭਏ। ਕਹਿੰਦੇ ਸ਼ਬਦ ਸੁਣ ਕੇ ਪੁੱਛਿਆ, ਬੇਟਾ ਇਹ ਕਿਸ ਦਾ ਸ਼ਬਦ, ਕਿਸ ਦੀ ਬਾਣੀ ਗਾ ਰਹੇ? ਉਹਨਾਂ ਨੇ ਕਿਹਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਸ਼ਬਦ ਹੈ। ਉਹਨਾਂ ਨੇ ਕਿਹਾ ਇਹਨੇ ਮੇਰੇ ਅੰਦਰ ਤਾਈਂ ਠੰਡ ਪਹੁੰਚਾਈ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ RAM ਰਾਜੇ, ਜਿਸ ਲਾਗੀ ਪੀਰ ਪਿਰਮ ਕੀ। ਜਿਹਨੂੰ ਖਾਲਸਾ ਜੀ ਅੰਦਰ ਤੱਕ ਤੜਪ ਲੱਗ ਜਾਵੇ ਨਾ ਪਰਮਾਤਮਾ ਦੇ ਵਿਛੋੜੇ ਦੀ, ਪਰਮਾਤਮਾ ਦੇ ਦੀਦਾਰਿਆਂ ਦੀ, ਸੋ ਜਾਣਾ ਜਰੀਆ। ਉਹੀ ਫਿਰ ਜਰੀਆ ਲੱਭਦਾ ਰੱਬ ਤੱਕ ਪਹੁੰਚਣ ਦਾ, ਜਿਹਨੂੰ ਅੰਦਰੋਂ ਜਾ ਕਰਕੇ ਖਿੱਚ ਹੋਵੇ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਘਰ ਆਰਾਮ ਨਹੀਂ ਬਹਿੰਦੇ। ਭਾਈ ਵੀਰ ਸਿੰਘ ਕਹਿੰਦੇ ਜਿਨ੍ਹਾਂ ਨੂੰ ਕਲਗੀਆਂ ਵਾਲੇ ਦਾ ਵਿਛੋੜਾ ਲੱਗਾ ਨਾ, ਉਹ ਫਿਰ ਰਾਤਾਂ ਨੂੰ ਸੌਂਦੇ ਨਹੀਂ। ਉਹ ਜਾਪ ਸਾਹਿਬ ਦਾ ਪਾਠ ਕਰ ਕਰਕੇ, ਚੌਪਈ ਸਾਹਿਬ ਦੇ ਪਾਠ ਕਰ ਕਰਕੇ ਦੁਹਾਈ ਪਾਉਂਦੇ ਆ ਕਲਗੀਆਂ ਵਾਲੇ ਪਾਤਸ਼ਾਹ, ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ। ਜੀ ਬਾਬਾ ਜੀ, ਤੁਹਾਡੇ ਦਰਸ਼ਨਾਂ ਤੋਂ ਵਾਂਝੇ, ਕਿਰਪਾ ਕਰੋ ਇੱਕ ਝਲਕ ਦੇ ਦਿਓ ਦਰਸ਼ਨਾਂ ਦੀ। ਖਾਲਸਾ ਜੀ, ਆਪਾਂ ਸਾਰੇ ਗੁਰਸਿੱਖ ਹਾਂ, ਸਤਿਗੁਰੂ ਦੇ ਚਰਨਾਂ ਨਾਲ ਪਿਆਰ ਕਰਦੇ ਹਾਂ,
ਸਾਰਾ ਕੁਝ ਦੁਨੀਆ 'ਚ ਆਪਾਂ ਸਤਿਗੁਰੂ ਤੋਂ ਮੰਗਦੇ ਆਂ। ਮੈਂ ਇੱਕ ਬੇਨਤੀ ਕਰਾਂ, ਇੱਕ ਦਾਤ ਇਹ ਵੀ ਮੰਗਿਆ ਕਰੀਏ ਵੀ ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ ਦਿਖਾਏ ਜੀ ਧਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ, ਖੋਲ ਕਵਾਰ। ਇੱਕ ਵਾਰ ਅੰਦਰੋਂ ਭਿੱਜ ਕੇ ਦੁਹਾਈ ਤੇ ਪਾਈਏ ਬਾਬਾ ਜੀ ਤੇ ਉਡੀਕ ਰਹੇ ਵੀ ਸਿੱਖ ਕਦੋਂ ਆਵਾਜ਼ ਮਾਰੇਗਾ ਤੇ ਮੈਂ ਕਦੋਂ ਜਾ ਕੇ ਗਲਵੱਕੜੀ ਵਿੱਚ ਲਾਂ। ਕਹਿੰਦੇ ਜਦੋਂ ਵੈਰਾਗ ਲੱਗਾ ਨਾ, ਪੁੱਛਿਆ ਸ਼ਬਦ ਕਿਹਦਾ, ਉਹਨਾਂ ਨੇ ਦੱਸਿਆ, ਕਹਿੰਦੇ ਮੈਂ ਦੀਦਾਰੇ ਕਰਨੇ। ਉਹਨਾਂ ਕਿਹਾ ਵੀ ਹੁਣ ਤਾਂ ਗੁਰੂ ਅੰਗਦ ਸਾਹਿਬ ਗੁਰਗੱਦੀ ਤੇ ਸੁਭਾਏ ਮਾਨ। ਤੇ ਖਾਲਸਾ ਜੀ ਜਦੋਂ ਫਿਰ ਗਏ ਬਾਬਾ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਕੋਲ, ਤੇ ਵੇਖੋ ਗੁਰੂ ਕੋਲ ਜਾਣ ਦੀ ਫਿਰ ਜੁਗਤੀ ਕੀ ਹੈ। ਜਦੋਂ ਬਾਬਾ ਅਮਰਦਾਸ ਜੀ ਜਾ ਰਹੇ ਨੇ, ਕਹਿੰਦੇ ਗੁਰੂ ਅੰਗਦ ਸਾਹਿਬ ਜੀ ਨੇ ਵੇਖਿਆ ਬਾਬਾ ਅਮਰਦਾਸ ਜੀ ਆ ਰਹੇ ਨੇ। ਸਤਿਗੁਰੂ ਆਪਣੇ ਆਸਣ ਤੋਂ ਖੜੇ ਹੋ ਗਏ। ਮਹਾਰਾਜ ਨੇ ਚਾਦਰ ਦੀ ਬੁੱਕਲ ਮਾਰੀ ਹੋਈ ਸੀ। ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਨੇ ਬਾਹਾਂ ਖਿਲਾਰ ਕੇ ਬਾਬਾ ਅਮਰਦਾਸ ਜੀ ਨੂੰ ਗਲਵੱਕੜੀ ਵਿੱਚ ਲੈਣਾ ਚਾਹਿਆ, ਕਿਉਂਕਿ ਰਿਸ਼ਤੇਦਾਰੀ ਵੀ ਹੈ, ਕੁੜਮਾਚਾਰੀ ਵੀ ਹੈ। ਪਰ ਕਹਿੰਦੇ ਬਾਬਾ ਅਮਰਦਾਸ ਜੀ ਨੇ ਜਾ ਕੇ ਜੱਫੀ ਨਹੀਂ ਪਾਈ, ਬਲਕਿ ਜਾ ਕੇ ਚਰਨਾਂ ਤੇ ਸਿਰ ਧਰ ਦਿੱਤਾ। ਕਹਿੰਦੇ ਮਹਾਰਾਜ ਅੱਜ ਰਿਸ਼ਤੇਦਾਰੀ ਤੌਰ ਤੇ, ਕੁੜਮਾਚਾਰੀ ਤੌਰ ਤੇ ਨਹੀਂ, ਅੱਜ ਤੇਰੇ ਦਰ ਦਾ ਸਿੱਖ ਬਣ ਕੇ ਆਇਆ, ਤੇਰੇ ਦਰ ਦਾ ਦਾਸ ਬਣ ਕੇ ਆਇਆ। ਜਿੱਦਣ ਅਸੀਂ ਗੁਰੂ ਨਾਨਕ ਦੇ ਘਰ ਦੇ ਸਿੱਖ ਬਣ ਜਾਂਦੇ ਆ ਨਾ, ਗੁਰੂ ਨਾਨਕ ਦੇ ਘਰ ਦੇ ਦਾਸ ਬਣ ਜਾਂਦੇ ਆ। ਖਾਲਸਾ ਜੀ ਇਹ ਸੱਚੀ ਗੱਲ ਹੈ। ਇੱਥੇ ਰਿਸ਼ਤਿਆਂ ਕਰਕੇ ਵਡਿਆਈਆਂ ਨਹੀਂ ਮਿਲਦੀਆਂ, ਇੱਥੇ ਅਹੁਦਿਆਂ ਕਰਕੇ ਵਡਿਆਈਆਂ ਨਹੀਂ ਮਿਲਦੀਆਂ। ਇੱਥੇ ਵਡਿਆਈਆਂ ਤਾਂ ਮਿਲਦੀਆਂ ਜਿਹੜਾ ਗੁਰੂ ਨਾਨਕ ਦੇ ਘਰ ਦੀ ਧੂੜੀ ਮੱਥੇ ਨਾਲ ਲਾ ਲੈਂਦਾ, ਜਿਹੜਾ ਗੁਰੂ ਨਾਨਕ ਦੇ ਘਰ ਦਾ ਕੀਟ ਬਣ ਜਾਂਦਾ। ਵੇਖੋ ਕੈਸੀ ਨਿਮਰਤਾ ਗੁਰੂ ਅਮਰਦਾਸ ਜੀ ਨੇ ਸਿਖਾਈ ਵੀ ਜੇ ਗੁਰੂ ਨੂੰ ਮਿਲਣਾ ਇਸ ਤਰ੍ਹਾਂ ਮਿਲੀ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਪੰਥ ਸਾਜਿਆ, ਕਹਿੰਦੇ ਕਲਗੀਧਰ ਪਾਤਸ਼ਾਹ ਜੀ ਨੂੰ ਭਾਈ ਦਇਆ ਸਿੰਘ ਹੋਣਾ ਨੇ, ਗੁਰਸਿੱਖਾਂ ਨੇ ਕਿਹਾ ਮਹਾਰਾਜ ਪ੍ਰਮਾਤਮਾ ਦੀ ਸਿਫਤ, ਪ੍ਰਮਾਤਮਾ ਦਾ ਨਾਮ ਬੰਦਾ ਕਿਵੇਂ ਲੈ ਸਕਦਾ ਹੈ, ਤੁਸੀਂ ਦੱਸੋ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਕਹਾਂ ਲੱਗਾ ਇਹੋ ਕੀਟ ਬਖਾਨਾ, ਮਹਿਮਾ ਤੋਰ ਤੂੰ ਹੀ ਪ੍ਰਭ ਜਾਣੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੁਨੀਆ ਦੇ ਮਾਲਕ ਤੇ ਪਰਮਾਤਮਾ ਦੀ ਵਡਿਆਈ ਕਰਨ ਵੇਲੇ ਕਲਗੀਆਂ ਵਾਲੇ ਸਤਿਗੁਰੂ ਕਹਿੰਦੇ ਸਿੱਖੋ ਇਹ ਨਿੱਕਾ ਜਿਹਾ ਕੀਟ, ਨਿੱਕਾ ਜਿਹਾ ਕੀੜਾ ਪਰਮਾਤਮਾ ਦੀ ਵਡਿਆਈ ਕਿਵੇਂ ਬਿਆਨ ਕਰ ਸਕਦਾ। ਕਿੰਨੀ ਨਿਮਰਤਾ। ਅੱਜ ਇੱਕ ਵਾਰ ਸੰਗਤ ਵਿੱਚ ਬੋਲਣਾ ਆ ਜਾਵੇ ਤੇ ਬੰਦਾ ਕਹਿੰਦਾ ਮੇਰੇ ਤੋਂ ਵਧੀਆ ਕਥਾ ਨਹੀਂ ਕੋਈ ਕਰਦਾ, ਮੇਰੇ ਤੋਂ ਵਧੀਆ ਉਪਦੇਸ਼ ਨਹੀਂ ਕੋਈ ਦੇ ਸਕਦਾ। ਪਰ ਕਲਗੀਧਰ ਪਾਤਸ਼ਾਹ ਨੇ ਪੰਥ ਸਾਜਿਆ ਤੇ ਮਹਾਰਾਜ ਕਹਿੰਦੇ ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਮੇਰੀ ਤੁਛ ਬੁੱਧੀ ਵਿੱਚ ਤਾਕਤ ਨਹੀਂ, ਵਰਨ ਸਕੈ ਮਹਿਮਾ ਜੋ ਤਿਹਾਰੀ, ਕਿ ਮੈਂ ਤੁਹਾਡੀ ਮਹਿਮਾ ਬਿਆਨ ਕਰ ਸਕਾਂ। ਹਮ ਨਾ ਸਖਤ ਕਰ ਸਿਫਤ ਤਿਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਪਰਮਾਤਮਾ ਤੂੰ ਕਿਰਪਾ ਕਰਕੇ ਆਪਣੀ ਕਥਾ ਕਰਵਾ ਲੈ, ਆਪਣੀਆਂ ਸਿਫਤਾਂ ਕਰਵਾ ਲੈ। ਸੋ ਖਾਲਸਾ ਜੀ ਅੱਜ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਿਵਸ ਤੇ ਇਹ ਸਿੱਖਿਆ ਜ਼ਰੂਰ ਲਈਏ ਵੀ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਨੇ ਗੁਰੂ ਅੰਗਦ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਕਰਕੇ ਗੁਰੂ ਘਰ ਦੀ ਘਾਲ ਕਮਾਈ, ਸੇਵਾ ਕੀਤੀ, ਟਹਿਲ ਕਮਾਈ। ਸੱਚੇ ਪਾਤਸ਼ਾਹ ਕਿਰਪਾ ਕਰਿਓ, ਸਾਨੂੰ ਵੀ ਉਹ ਦਿਵ ਦ੍ਰਿਸ਼ਟੀ ਦਿਓ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਆਈਏ ਤੇ ਸਾਨੂੰ ਵੀ ਗੁਰੂ ਨਾਨਕ ਨਜ਼ਰ ਆਉਣ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੀਏ ਗੁਰੂ ਨਾਨਕ ਸਾਹਿਬ ਦੀ ਝਲਕ ਪਵੇ ਤੇ ਪਾਤਸ਼ਾਹ ਅਸੀਂ ਵੀ ਆਪਣੀ ਹਸਤੀ ਗਵਾ ਕਰਕੇ, ਆਪਣੀ ਮੈਂ ਮਾਰ ਕੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਰ ਸਕੀਏ। ਇਸ ਤਰ੍ਹਾਂ ਜਦੋਂ ਬੰਦਾ ਆਪਣੀ ਹਸਤੀ ਖਤਮ ਕਰ ਲੈਂਦਾ ਨਾ, ਭਗਤ ਸਾਹਿਬ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦੋਂ ਤੱਕ ਮੈਂ ਹਾਂ ਉਦੋਂ ਤੱਕ ਤੂੰ ਪਰਮਾਤਮਾ ਨਹੀਂ ਆ ਸਕਦਾ। ਤੇ ਕਹਿੰਦੇ ਜਦੋਂ ਪਰਮਾਤਮਾ ਆ ਜਾਂਦਾ ਮੈਂ ਨਹੀਂ ਰਹਿੰਦਾ, ਫਿਰ ਦੁਨੀਆ ਦੇ ਸਾਰੇ ਬੰਦਿਆਂ ਚੋਂ ਪਰਮਾਤਮਾ ਹੀ ਨਜ਼ਰ ਆਉਂਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੋ ਅੱਜ ਦੇ ਦਿਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਸੀਸ ਦੇ ਉੱਤੇ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਦੇ ਘਰ ਦਾ ਨਿਹਚਲ ਛਤਰ ਝੁਲਵਾ ਦਿੱਤਾ ਤੇ ਬਚਨ ਕੀਤੇ, ਉਹ ਬਚਨ ਆਪਾਂ ਸਾਰੇ ਦੁਬਾਰਾ ਦੁਹਰਾਈਏ। ਤੁਮ ਹੋ ਨਿਥਾਵਨ ਕੋ ਥਾਨ,
ਕਰਹੋ ਨਿਮਾਨਨ ਕੋ ਮਾਨ। ਨਿਓਟਿਆਂ ਦੀ ਓਟ ਨੇ ਆਸਰਿਆਂ ਕੇ ਆਸਰਾ। ਨਿਪੱਤਿਆਂ ਦੀ ਪੱਤ ਨਿਧਰਿਆਂ ਦੀ ਧਰ। ਨਿਧੀਰਨ ਕੀ ਧੀਰ ਪੀਰ ਆਨੇ ਪੀਰ। ਦਿਆਲ ਗਈ ਬਹੋੜ ਸਭ ਜਗਤ ਬੰਦੀ ਛੋੜ। ਭੰਨਣ ਘੜਨ ਸਮਰੱਥ ਸਭ ਜੀਵ ਕਾ ਜਿਸ ਹੱਥ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੈ।